ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੀ ਤਿਹਾ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ, ਪਾਦ ਪੰਕਜ ਬੰਧਨ। ਸਿਮਰਾਂ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਨ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ,
ਬਿਗਨ ਬਿਲਾਸਣ ਸੋਏ। ਵਾਹਿਗੁਰੂ ਜੀ ਦੋਹਰਾ। ਸ੍ਰੀ ਸਤਿਗੁਰ ਮੁਖ ਤੇ ਸੁਣਿਓ ਸ਼ਬਦ ਸੋ ਅਰਥ ਸਮੇਤ। ਗਦ ਗਦ ਭਇਓ ਪ੍ਰਸੰਨ ਤਬ ਔਰ ਭਾ ਪ੍ਰੇਮ ਨਿਕੇਤ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਚਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀਆਂ ਕੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਸ੍ਰੀ ਸਤਿਗੁਰ ਮੁਖ ਤੇ ਸੁਣਿਓ ਸ਼ਬਦ ਸੋ ਅਰਥ ਸਮੇਤ। ਗਦ ਗਦ ਭਇਓ ਪ੍ਰਸੰਨ ਤਬ ਔਰ ਭਾ ਪ੍ਰੇਮ ਨਿਕੇਤ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਇੱਕ ਤਪਾ ਗੁਰੂ ਸਾਹਿਬ ਦੇ ਚਰਨਾਂ 'ਚ ਆਇਆ ਔਰ ਆ ਕੇ ਆਪਣੇ ਗਿਆਨ ਦੇ ਮੁਤਾਬਕ ਗੁਰੂ ਸਾਹਿਬ ਜੀ ਨੂੰ ਵੀ ਸਮਝਾਉਣ ਲੱਗਿਆ ਕਿ ਆਪ ਜੀ ਦੇ ਸਿੱਖ ਹੰਕਾਰੀ ਨੇ, ਇਹ ਤੀਰਥਾਂ 'ਤੇ ਨਹੀਂ ਜਾਂਦੇ, ਇਹ ਜੋਗ ਨੂੰ ਧਾਰਨ ਨਹੀਂ ਕਰਦੇ, ਇਹਨਾਂ ਦੀ ਮੁਕਤੀ ਕਿਵੇਂ ਹੋਵੇਗੀ। ਔਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜਾ ਸ਼ਬਦ ਉਚਾਰਨ ਕੀਤਾ, ਅਰਥਾਤ ਸੇਤ ਸਮੇਤ ਸੁਣਾਇਆ, ਸ਼ਬਦ ਸੁਣ ਕੇ ਇਹ ਤਪਾ ਜਿਹੜਾ ਹੈ ਇਹ ਗਦ ਗਦ ਹੋ ਉੱਠਿਆ, ਅੰਦਰ ਪ੍ਰੇਮ ਜਿਹੜਾ ਸੀ ਉਹ ਭਰ ਆਇਆ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਪੇ ਹਿਰਦੇ ਸ਼ਰਧਾ ਤਪੇ ਆਈ, ਕਰਤ ਭਇਓ ਬਹੁ ਭਾਂਤ ਵਡਾਈ। ਕਹਿੰਦੇ ਜਿਹੜਾ ਤਪਾ ਗੁਰੂ ਸਾਹਿਬ ਜੀ ਦੇ ਨਾਲ ਚਰਚਾ ਕੀ ਲੜਨ ਵਾਸਤੇ ਆਇਆ ਸੀ, ਉਹ ਤਪੇ ਦੇ ਅੰਦਰ ਸ਼ਰਧਾ ਇੰਨੀ ਆਈ ਕਿ ਹੱਥ ਜੋੜ ਕੇ ਬੜੇ ਤਰੀਕਿਆਂ ਦੇ ਨਾਲ ਧੰਨ ਗੁਰੂ ਰਾਮਦਾਸ ਜੀ ਦੀ ਵਡਿਆਈ ਕਰਨ ਲੱਗਿਆ। ਕਿਰਪਾ ਦ੍ਰਿਸ਼ਟ ਗੁਰ ਹਿਰਣ ਕਰੇ, ਜਿਸ ਤੇ ਦੁਰਮਤ ਤਿਸਕੇ ਹਰੇ। ਕਿਉਂਕਿ ਵਡਿਆਈ ਅਸਲ ਵਿੱਚ ਇਸ ਕਰਕੇ ਕਰਦਾ ਸੀ ਧੰਨ ਗੁਰੂ ਰਾਮਦਾਸ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖਿਆ ਕਿ ਅੰਦਰ ਦੇ ਜਿਹੜੀ ਭੈੜੀ ਬੱਤ ਸੀ ਉਹ ਗੁਰੂ ਸਾਹਿਬ ਨੇ ਦੂਰ ਕਰ ਦਿੱਤੀ। ਕਹਿਣ ਲੱਗਿਓ ਜਾਗੇ ਮਮ ਭਾਗ, ਅਨੁਰਾਗਤ ਰਾਵਰ ਮੁਖ ਲਾਗਾ। ਇਹ ਸਾਰਿਆਂ ਦੇ ਵਿੱਚ ਉੱਚੀ ਉੱਚੀ ਕਹਿਣ ਲੱਗਿਆ ਸਤਿਗੁਰੂ ਜੀ ਮੇਰੇ ਤੇ ਭਾਗ ਵੱਡੇ ਜਾਗੇ ਕਿ ਮੈਂ ਹਜ਼ੂਰ ਦੇ ਚਰਨੀ ਆ ਕੇ ਲੱਗਿਆ, ਗੁਰੂ ਸਾਹਿਬ ਦੇ ਮੁਖ ਤੋਂ ਬਚਨ ਸੁਣਿਆ, ਵੱਡੇ ਭਾਗ ਨੇ। ਜਬ ਤੁਮ ਕਿਰਪਾ ਕਰੋ ਲਖ ਦਾਸ, ਤਬ ਉਰ ਦੇਤੇ ਤੁਰਤ ਪ੍ਰਕਾਸ਼। ਤੇ ਸਤਿਗੁਰੂ ਜੀ ਜਦੋਂ ਤੁਸੀਂ ਕਿਸੇ ਤੇ ਕਿਰਪਾ ਦੀ ਦ੍ਰਿਸ਼ਟੀ ਕਰੋ, ਆਪਣੇ ਸੇਵਕ ਨੂੰ ਸੇਵਕ ਜਾਣ ਕੇ, ਦਾਸ ਜਾਣ ਕੇ ਕਿਰਪਾ ਦੇ ਨਾਲ ਦੇਖੋ, ਤੇ ਉਹਨਾਂ ਦੇ ਅੰਦਰ ਉਸੇ ਵੇਲੇ ਅਸਲ ਗਿਆਨ ਤੇ ਉਦੋਂ ਹੁੰਦਾ ਹੈ। ਕਿਤਾਬਾਂ ਦਾ ਗਿਆਨ ਤੇ ਭਾਵੇਂ ਬੜਾ ਸੀ, ਪਰ ਅੱਜ ਕਿਰਪਾ ਕੀਤੀ ਅੰਦਰ ਦਾ ਗਿਆਨ ਵੀ ਤੁਸੀਂ ਬਖਸ਼ਿਆ। ਮੋਹ ਮਨ ਮਾਨੀ ਮਾਨ ਮਹਾਨ, ਮਹਿਮਾਨ ਹੈ ਮਾਨੀ ਮਤਹਾਨ। ਹੁਣ ਇਹ ਤਪਾ ਜਿਹੜਾ ਸਿੱਖਾਂ ਨੂੰ ਹੰਕਾਰੀ ਕਹਿੰਦਾ ਸੀ, ਹੁਣ ਅੰਦਰ ਇੰਨੀ ਤਬਦੀਲੀ ਆ ਗਈ, ਸਤਿਗੁਰੂ ਦੇ ਚਰਨਾਂ 'ਚ ਹੱਥ ਜੋੜੇ ਨੇ ਤੇ ਕਹਿੰਦਾ ਸਤਿਗੁਰੂ ਜੀ ਮੋਹ ਮਨ ਮਾਨੀ ਮਾਨ ਮਹਾਨ, ਮੈਂ ਬੜਾ ਹੰਕਾਰੀ। ਪੜ੍ਹਾਈ ਦਾ, ਵਿਦਿਆ ਦਾ ਬੜਾ ਅੰਦਰ ਮਾਣ ਸੀ,
ਪਰ ਸਤਿਗੁਰੂ ਜੀ ਆਪ ਜੀ ਦੀ ਮਹਿਮਾ ਨੂੰ ਮੈਂ ਜਾਣ ਨਹੀਂ ਸਕਿਆ। ਸਨਮੁਖ ਬੋਲਿਓ ਮੈਂ ਬਹੁ ਭੂਲਾ, ਪ੍ਰਤਕੂਲਨ ਪਾਰ ਤੁਮ ਅਨੁਕੂਲਾ। ਔਰ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਜੀ ਮੈਂ ਆਪ ਜੀ ਦੇ ਸਾਹਮਣੇ ਬੋਲਿਆ ਕਿਉਂਕਿ ਮੈਂ ਭੁੱਲਾ ਹੋਇਆ ਸੀ, ਸਮਝ ਨਹੀਂ ਸੀ, ਕਿਰਪਾ ਕਰੋ ਜਿਹੜਾ ਮੈਂ ਬੋਲਿਆ ਅਨੁਕੂਲ ਜਾਂ ਆਪ ਜੀ ਦੇ ਉਲਟ ਆਪ ਜੀ ਦੇ ਸਿੱਖਾਂ ਨੂੰ ਬੋਲਿਆ, ਹੰਕਾਰੀ ਤੱਕ ਸ਼ਬਦ ਵਰਤਿਆ, ਕਿਰਪਾ ਕਰੋ ਉਹ ਮੇਰਾ ਬੋਲਿਆ ਹੋਇਆ ਮਾਫ ਕਰ ਦਿਓ। ਅਸ ਦਾਤੇ ਤੁਮ ਤਿਆਗੇ ਜੋਏ, ਸੋ ਮੂਰਖ ਲੈ ਸਭ ਕੁਛ ਖੋਏ। ਔਰ ਇਹ ਤਪਾ ਹੁਣ ਜਿੱਥੇ ਸਿੱਖਾਂ ਨੂੰ ਹੰਕਾਰੇ ਕਹਿੰਦਾ ਸੀ, ਸਿੱਖਾਂ ਨੂੰ ਉੱਚੀ ਆਵਾਜ਼ ਮਾਰ ਕੇ ਕਹਿੰਦਾ ਸਿੱਖੋ ਕਿ ਐਸੇ ਦਾਤੇ ਨੂੰ ਜਿਹੜਾ ਛੱਡੇ, ਗੁਰੂ ਰਾਮਦਾਸ ਜੀ ਵਰਗੇ ਦਾਤੇ ਨੂੰ ਕੋ ਤਿਆਗ ਦੇ, ਇਹਨਾਂ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਵੇ, ਫਿਰ ਉਹ ਤੇ ਸਭ ਤੋਂ ਵੱਡਾ ਮੂਰਖ ਹੈ ਨਾ। ਅਬ ਮਨ ਜਾਣਿਓ ਸੰਤ ਮਹਾਤਮ, ਜਿਸ ਤੇ ਪ੍ਰਾਪਤ ਗਿਆਤਾ ਆਤਮ। ਔਰ ਸਿੱਖਾਂ ਨੂੰ ਕਹਿੰਦੇ ਸਿੱਖੋ ਮੈਂ ਤਾਂ ਹੁਣ ਹੀ ਜਾਣਿਆ ਕਿ ਸੰਤ ਦਾ ਮਹਾਤਮ ਹੁੰਦਾ ਕੀ ਹੈ। ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਅੰਦਰ ਆਤਮ ਦੇ ਗਿਆਨ ਨੂੰ ਜਾਣਿਆ ਹੈ, ਸਮਝਿਆ ਹੈ। ਤਜ ਪਖੰਡ ਗੁਰੂ ਕੋ ਸਿੱਖ ਹੋਇਓ, ਮਿਲ ਸਤ ਸੰਗਤ ਮਹਿ ਸੁਖ ਜੋਇਓ। ਔਰ ਸਤਿਗੁਰੂ ਦੇ ਚਰਨ ਫੜ ਕੇ ਕਹਿੰਦਾ ਸਤਿਗੁਰੂ ਜੀ ਅੱਜ ਤੋਂ ਸਾਰੇ ਪਖੰਡ ਛੱਡੇ, ਕੋਈ ਤੀਰਥ ਨਹੀਂ, ਕੋਈ ਯਾਤਰਾ ਨਹੀਂ, ਕੋਈ ਯੋਗ ਨਹੀਂ, ਕੋਈ ਵਰਤ ਨਹੀਂ, ਕਿਰਪਾ ਕਰੋ ਅੱਜ ਤੋਂ ਆਪਣਾ ਸਿੱਖ ਬਣਾਓ, ਸਿੱਖਾਂ ਵਾਲੀ ਰਹਿਤ ਮੈਂ ਰੱਖਾਂ। ਗੁਰੂ ਸਾਹਿਬ ਦੇ ਚਰਨ ਪੜ੍ਹੇ, ਇਹਨੇ ਗੁਰੂ ਦੀ ਸਿੱਖੀ ਧਾਰਨ ਕੀਤੀ ਔਰ ਗੁਰੂ ਦੀ ਸੰਗਤ ਵਿੱਚ ਮਿਲ ਕੇ ਫਿਰ ਸੇਵਾ ਕਰਨ ਲੱਗਿਆ। ਨਿਕਟ ਰਹਿ ਕਬ ਅਨੰਤ ਸਿਧਾਰੈ, ਸਿਰ ਗੁਰ ਪੱਗ ਪੰਕਜ ਉਰ ਧਾਰੈ। ਇਹ ਤਪਾ ਜਿਹੜਾ ਪਹਿਲੋਂ ਇਕਾਂਤ ਵਿੱਚ ਰਹਿੰਦਾ ਸੀ, ਜੰਗਲਾਂ 'ਚ ਰਹਿੰਦਾ ਸੀ, ਆਪਣੀ ਕੁਟੀਆ ਵੱਖਰੀ ਬਣਾ ਕੇ ਰਹਿੰਦਾ ਸੀ, ਹੁਣ ਗੁਰੂ ਦੀ ਸੰਗਤ ਵਿੱਚ ਰਹਿੰਦਾ ਹੈ। ਸਤਿਗੁਰੂ ਦੇ ਚਰਨਾਂ 'ਚ ਸਵੇਰੇ ਸ਼ਾਮ ਗੁਰੂ ਸਾਹਿਬ ਤੋਂ ਬਚਨ ਸੁਣਦਾ ਹੈ, ਸਾਰਾ ਦਿਨ ਸੇਵਾ ਕਰਦਾ ਹੈ, ਕਦੇ ਕਦੇ ਵਿੱਚੋਂ ਕਿਸੇ ਪਾਸੇ ਨੂੰ ਜਾਂਦਾ, ਫਿਰ ਗੁਰੂ ਦੇ ਚਰਨਾਂ 'ਚ ਹੁੰਦਾ ਹੈ। ਨਿਤ ਸਿੱਖ ਦੇਸ਼ ਵਿਦੇਸ਼ਣ ਆਵੇ, ਲੱਗੇ ਦਰਬ ਅਰਪਣ ਹਰ ਖਾਵੇਂ। ਕਹਿੰਦੇ ਇਹ ਤਪੇ ਦੀ ਗੱਲ ਤੇ ਤਪਾ ਸਿੱਖ ਬਣਿਆ। ਹੋਰ ਵੀ ਗੁਰੂ ਕੇ ਸਿੱਖ ਜਿਹੜੇ ਵਿਦੇਸ਼ਾਂ ਤੋਂ ਦੇਸ਼ਾਂ ਤੋਂ ਦੂਰ ਦੂਰ ਤੋਂ ਆਉਂਦੇ ਨੇ, ਬੜੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੁਪਈਆ ਪੈਸਾ ਭੇਟਾ ਅਰਪਣ ਕਰਦੇ ਨੇ। ਸ੍ਰੀ ਗੁਰੂ ਅਮਰਦਾਸ ਇੱਕ ਦਿਨ ਕੋ ਚਲੇ ਖਰਚ ਲੈ, ਇਤਨ ਕੋ ਧਨ ਕੋ। ਕਿਉਂਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੰਗਤਾਂ ਤੋਂ ਇੰਨੇ ਕੁ ਭੇਟਾ ਲੈਂਦੇ ਸਨ ਕਿ ਜਿਹਦੇ ਨਾਲ ਇੱਕ ਦਿਨ ਦਾ ਪੂਰੇ ਦਿਨ ਦਾ ਖਰਚਾ ਚੱਲੇ, ਤੇ ਖਰਚੇ ਤੋਂ ਦੂਜੇ ਤੋਂ ਵੱਧ ਆ ਜਾਂਦੇ ਸੀ। ਗੁਰੂ ਸਾਹਿਬ ਜੀ ਕਹਿੰਦੇ ਸੀ ਬਸ ਭਾਈ ਹੁਣ ਕਿਸੇ ਨੇ ਭੇਟਾ ਨਹੀਂ ਲੈਣਾ, ਸੰਗਤ ਵਿੱਚ ਆਓ ਨਮਸਕਾਰ ਕਰੋ ਪਰ ਭੇਟਾ ਨਹੀਂ ਲੈਣੀ, ਕਿਉਂਕਿ ਅੱਜ ਜੋਗੀ ਆ ਗਈ ਹੈ। ਅਰਪੇ ਅਦਕ ਸੋ ਦੇਤ ਹਟਾਏ, ਨਿਸਬਾਸਰ ਬਹੁ ਦੇ ਕੇ ਚਲਾਏ। ਧੰਨ ਗੁਰੂ ਅਮਰਦਾਸ ਜੀ ਤੇ ਜੇ ਵੱਧ ਹੁੰਦੇ ਸੀ ਹਟਾ ਦਿੰਦੇ ਸਨ, ਰੋਕ ਦਿੰਦੇ ਸਨ। ਦਿਨ ਰਾਤ 24 ਘੰਟੇ ਲੰਗਰ ਚੱਲਦਾ ਸੀ। ਸੰਚੇ ਕਰਿਓ ਨਾ ਘਰ ਮਹਿ ਤੋ, ਇੱਕ ਦਿਵਸ ਭੋਜਨ ਹੋਏ ਜੇ ਤੋਂ। ਗੁਰੂ ਅਮਰਦਾਸ ਜੀ ਨੇ ਤਾਂ ਬਿਲਕੁਲ ਮਾਇਆ ਇਕੱਠੀ ਨਹੀਂ ਕੀਤੀ, ਅਗਲੇ ਦਿਨ ਲਈ ਇੱਕ ਪੈਸਾ ਵੀ ਨਹੀਂ ਸਨ ਰੱਖਦੇ ਕਿ ਇੱਕ ਦਿਵਸ ਭੋਜਨ ਹੋਏ ਜੇ ਤੋਂ, ਜਿੰਨਾ ਕੋ ਲੰਗਰ ਚੱਲ ਜਾਏ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੋ ਜਾਣ, ਬਸ ਉਹਨਾਂ ਕੋ ਲੈਂਦੇ ਸਨ। ਹੁਣ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੇ ਤੇ ਬਿਰਾਜਮਾਨ ਹੋਏ ਨੇ। ਆਏ ਨਿਤਾ ਪ੍ਰਤ ਹੋਏ ਗੁਜ਼ਰਾਨਾ, ਨਿਜ ਸਰੀਰ ਲਗ ਅਸਪਰਨ ਠਾਨਾ। ਪਰ ਗੁਰੂ ਅਮਰਦਾਸ ਜੀ ਜਦੋਂ ਤੱਕ ਸਰੀਰ ਦੇ ਵਿੱਚ ਰਹੇ, ਉਹਨਾਂ ਨੇ ਪ੍ਰਣ ਕੀਤਾ ਸੀ ਕਿ ਬਸ ਇੰਨੀ ਕੁ ਲੈਣੀ ਜਿਹਦੇ ਨਾਲ ਇੱਕ ਦਿਨ ਦਾ ਗੁਜ਼ਾਰਾ ਹੋ ਜਾਏ, ਇਸ ਤੋਂ ਵੱਧ ਮਾਇਆ ਲੈਣੀ ਨਹੀਂ। ਚਤੁਰਥ ਪਾਤਸ਼ਾਹ ਗੁਣ ਖਾਨੀ, ਸੇਵਾ ਲਖਮੀ ਕੀਨ ਮਹਾਨੀ। ਹੁਣ ਚੌਥੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ, ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਲਖਮੀ, ਇਸ ਲక్ష్ਮੀ ਨੇ ਫਿਰ ਰੱਜ ਕੇ ਸੇਵਾ ਕੀਤੀ, ਕਿਉਂਕਿ ਪਿੱਛੇ ਆਪ ਜੀ ਸਰਵਣ ਕਰਕੇ ਆਏ ਹੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ 12 ਕੋ ਦੂਰ ਹੀ ਰੱਖੀ ਸੀ ਮਾਇਆ ਤੋਂ ਇਹ ਲక్ష్ਮੀ।
ਗੁਰੂ ਅੰਗਦ ਦੇਵ ਜੀ ਦੇ ਚਰਨ ਫੜ ਕੇ ਇਸ ਲక్ష్ਮੀ ਨੇ ਬੇਨਤੀ ਕੀਤੀ ਸੀ, ਮੈਂ ਸੇਵਾ ਕਰਨੀ ਹੈ, ਪਰ ਗੁਰੂ ਸਾਹਿਬ ਨੇ 6 ਕੋਹ ਦੂਰ ਰੱਖੀ। ਧੰਨ ਗੁਰੂ ਅਮਰਦਾਸ ਜੀ ਦੇ ਕੋਲ ਆ ਕੇ ਹੱਥ ਜੋੜੇ, ਗੁਰੂ ਸਾਹਿਬ ਜੀ ਕਹਿੰਦੇ ਦਰਵਾਜ਼ੇ ਦੇ ਬਾਹਰ ਹੀ ਨਹੀਂ। ਪਰ ਹੁਣ ਇਹਨੇ ਸਤਿਗੁਰੂ ਧੰਨ ਗੁਰੂ ਰਾਮਦਾਸ ਦੇ ਚਰਨ ਫੜੇ ਔਰ ਇਹਨੇ ਚਰਨਾਂ ਦੇ ਵਿੱਚ ਆ ਕੇ ਫਿਰ ਰੱਜ ਕੇ ਸੇਵਾ ਕੀਤੀ। ਅੰਗੀਕਾਰ ਕਰੇ ਤਪੇ ਆਏ, ਅਰਪੇ ਆਣ ਸਿੱਖੇ ਸਮੁਦਾਈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਮਾਇਆ ਨੂੰ, ਇਸ ਲక్ష్ਮੀ ਨੂੰ ਅੰਗੀਕਾਰ ਕੀਤਾ, ਸਵੀਕਾਰ ਕੀਤਾ। ਔਰ ਇਹ ਸਿੱਖ ਫਿਰ ਦੂਰ ਦੂਰ ਤੋਂ ਆਉਂਦੇ ਨੇ, ਇਸ ਲక్ష్ਮੀ ਨੂੰ, ਮਾਇਆ ਨੂੰ ਲੈ ਕੇ ਆਉਂਦੇ ਨੇ। ਮਾਇਆ ਮਹਿ ਲੇਪ ਨਿਤ ਐਸੇ, ਜਲ ਕਣ ਕਮਲ ਛੁਵੈ ਨਹਿ ਜੈਸੇ। ਮਾਇਆ ਚਰਨਾਂ ਵਿੱਚ ਆਉਂਦੀ ਢੇਰ ਰੋਜ਼ ਲੱਗਦੇ ਨੇ। ਧੰਨ ਗੁਰੂ ਰਾਮਦਾਸ ਜੀ ਰਹਿੰਦੇ ਮਾਇਆ ਦੇ ਵਿੱਚ ਨੇ, ਪਰ ਫਿਰ ਵੀ ਮਾਇਆ ਤੋਂ ਬਿਲਕੁਲ ਨਿਰਲੇਪ ਰਹਿੰਦੇ ਨੇ। ਜਿਵੇਂ ਕਮਲ ਦਾ ਫੁੱਲ ਰਹਿੰਦਾ ਪਾਣੀ 'ਚ ਹੈ, ਚਿੱਕੜ 'ਚ ਹੈ, ਪਰ ਪਾਣੀ ਚਿੱਕੜ ਤੋਂ ਬਿਲਕੁਲ ਵੱਖਰਾ ਉੱਤੇ ਰਹਿੰਦਾ ਹੈ। ਪ੍ਰਿਥਿਆ ਰਹਿਣ ਸਮੀਪੇ ਲਾਗਿਓ, ਧਨ ਆਗਮ ਤੇ ਮਨ ਅਨੁਰਾਗਿਓ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ, ਇਹ ਵੇਖਦਾ ਹੈ, ਹਜੇ ਭਾਵੇਂ ਉਮਰ 'ਚ ਵੀ ਛੋਟਾ ਹੈ, ਪਰ ਇਹ ਵੇਖਦਾ ਕਿ ਹੁਣ ਤੇ ਰੁਪਈਆ ਪੈਸਾ ਬੜਾ ਹੁੰਦਾ ਹੈ। ਕਿਉਂਕਿ ਸੁਭਾਅ ਜਿਹੜਾ ਕੁਦਰਤੀ ਤੌਰ 'ਤੇ ਸ਼ੁਰੂ ਤੋਂ ਕਿਸੇ ਦਾ ਜਿਸ ਤਰ੍ਹਾਂ ਦਾ ਬਣ ਜਾਏ ਕਿ ਰੋਜ਼ ਰੁਪਈਆਂ ਦੇ ਢੇਰ ਲੱਗਦੇ ਨੇ, ਬੜਾ ਕੁਛ ਹੁੰਦਾ। ਗੁਰੂ ਪਿਤਾ ਧੰਨ ਗੁਰੂ ਰਾਮਦਾਸ ਜੀ ਦੇ ਕੋਲ ਰਹਿਣ ਲੱਗੇ। ਮਾਇਆ ਹੋਵੇ, ਧਿਆਨ ਮਾਇਆ ਦੇ ਢੇਰ ਉਹਨੇ ਵੇਖ ਵੇਖ ਕੇ ਖੁਸ਼ ਹੋ ਜਾਏ। ਸਰਬ ਸੰਭਾਰੇ ਦੇਗ ਚਲਾਵੇ, ਕਾਜ ਅਪਰਹਿਵ ਸੋ ਨਿਰਭਾਵੈ। ਪਹਿਲੋਂ ਤੇ ਕਈ ਸਮਾਂ ਦੇਖਦਾ ਰਿਹਾ, ਵੇਖ ਵੇਖ ਕੇ ਖੁਸ਼ ਹੁੰਦਾ ਸੀ। ਹੌਲੀ ਹੌਲੀ ਮਾਇਆ ਨੂੰ ਸੰਭਾਲਣ ਲੱਗ ਗਿਆ। ਆਪਣੇ ਵੱਲੋਂ ਸੇਵਾ ਕਰਦਾ ਕਿ ਗੁਰੂ ਪਿਤਾ ਜੀ ਲੰਗਰ ਦੀ ਸੇਵਾ ਮੈਂ ਕਰਾਂਗਾ, ਜੋ ਕੁਛ ਰਸਤਾ ਬਸਤਾ ਲਿਆਉਣੀਆਂ ਖਰੀਦਣੀਆਂ ਇਹ ਆਪ ਖਰੀਦਣ ਲੱਗ ਗਿਆ। ਹੋਰ ਜਿਹੜੇ ਮਾਇਆ ਵਾਲੇ ਕੰਮ ਸਨ ਕਿ ਕੁਝ ਖਰੀਦ ਕੇ ਲਿਆਉਣਾ, ਕਿੱਥੇ ਖਰਚਾ ਕਰਨਾ, ਉਹ ਸਾਰੇ ਕੰਮ ਪ੍ਰਿਥੀ ਚੰਦ ਨੇ ਆਪ ਸੰਭਾਲ ਲਏ। ਮਹਾਦੇਵ ਮਨ ਮਸਤ ਰਹੰਤਾ, ਹਾਨ ਲਾਭ ਕੋ ਕੁਛ ਨ ਗਣੰਤਾ। ਪ੍ਰਿਥੀ ਚੰਦ ਤੋਂ ਛੋਟੇ ਨੇ ਗੁਰੂ ਸਾਹਿਬ ਦੇ ਪੁੱਤਰ ਮਹਾਦੇਵ ਜੀ, ਉਹ ਮਸਤ ਸੁਭਾਅ ਦੇ ਨੇ। ਕਿੱਥੇ ਹਾਨ ਹੈ, ਕਿੱਥੇ ਨਫਾ ਹੈ, ਉਹ ਕੋਈ ਨਹੀਂ ਮਨ ਵਿੱਚ ਲਿਆਉਂਦੇ ਕਿ ਮਾਇਆ ਆਈ ਹੈ ਕਿ ਨਹੀਂ ਆਈ, ਕਿੱਥੇ ਆਈ ਕਿੱਥੇ ਗਈ, ਕਿਸੇ ਵੇਲੇ ਧਿਆਨ ਦਿੰਦੇ ਹੀ ਨਹੀਂ। ਹਿਰਦੈ ਪ੍ਰੇਮ ਪਿਤ ਗੁਰ ਕੋ ਭਾਰੀ, ਸ੍ਰੀ ਅਰਜਨ ਜੀ ਭਗਤ ਸੰਭਾਰੀ। ਕਹਿੰਦੇ ਮਹਾਦੇਵ ਜੀ ਮਸਤ ਸੁਭਾਅ ਦੇ, ਉਹ ਦੁਨੀਆ ਤੋਂ ਲੈਣੇ ਦੇਣ ਤੋਂ ਸੰਬੰਧ ਨਹੀਂ ਰੱਖਦੇ, ਮਾਇਆ ਤੋਂ ਪਰਾਂ ਰਹਿੰਦੇ ਨੇ। ਪਰ ਧੰਨ ਗੁਰੂ ਅਰਜਨ ਦੇਵ ਜੀ ਸਭ ਤੋਂ ਛੋਟੇ ਨੇ, ਉਹਨਾਂ ਦੇ ਅੰਦਰ ਹਿਰਦੇ ਪ੍ਰੇਮ ਪਿਤ ਗੁਰ ਕੋ ਭਾਰੀ। ਕੇਵਲ ਪਿਤਾ ਨਹੀਂ, ਗੁਰੂ ਪਿਤਾ ਜਾਣ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿੱਚ ਸ਼ੁਰੂ ਤੋਂ ਲੈ ਕੇ ਬੜਾ ਪ੍ਰੇਮ ਹੈ। ਗੁਰੂ ਸਾਹਿਬ ਨੇ ਸਿਰਫ ਜੇ ਸੰਭਾਲਿਆ ਤੇ ਭਗਤੀ ਨੂੰ ਸੰਭਾਲਿਆ। ਜਨਨੀ ਭਾਨੇ ਕੇ ਅਨੁਸਾਰੇ, ਬੰਧਨ ਕਰੇ ਸੇਵ ਕੋ ਧਾਰੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮਾਤਾ ਬੀਬੀ ਭਾਨੀ ਜੀ, ਉਹਨਾਂ ਦੇ ਅਨੁਸਾਰ ਚੱਲਦੇ ਨੇ, ਜਿਵੇਂ ਉਹ ਸਿੱਖਿਆ ਦਿੰਦੇ ਨੇ ਕਿ ਗੁਰੂ ਪਿਤਾ ਦੀ ਸੇਵਾ ਕਰਨੀ ਹੈ, ਬੰਦਗੀ ਕਰਨੀ ਹੈ, ਸਿਮਰਨ ਕਰਨਾ ਹੈ, ਨਿਮਰਤਾ ਵਿੱਚ ਰਹਿਣਾ ਹੈ। ਔਰ ਅਸਲ ਵਿੱਚ ਇਹੀ ਅਸੀਸ ਸੀ ਜਿਹਨੂੰ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ, ਪੂਤਾ ਮਾਤਾ ਕੀ ਅਸੀਸ। ਤੇ ਅਸੀਸ ਕੀ ਸੀ? ਨਿਮਖ ਨ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਭਾਵੇਂ ਅਸੀਂ ਜਨਮ ਦਿਨ ਤੇ ਸਿਫਾਰਸ਼ ਤੇ ਕਰਨੇ ਰਾਗੀ ਸਿੰਘਾਂ ਕਿ ਬੱਚੇ ਦਾ ਜਨਮ ਹੈ, ਇਹ ਸ਼ਬਦ ਪੜ੍ਹੋ, ਪਰ ਇਹ ਸ਼ਬਦ ਦੇ ਵਿੱਚ ਅਸੀਸ ਹੈ ਭਾਈ। ਜਿੱਥੇ ਜੇ ਦਿਨ ਮਨਾਉਂਦੇ ਹੋ, ਜੇ ਜਨਮ ਦਿਨ ਮਨਾਉਂਦੇ ਹੋ, ਸ਼ਬਦ ਦੀ ਸਿਫਾਰਸ਼ ਕਰ ਹੀ ਦਿੱਤੀ, ਫਿਰ ਇਹਦੇ ਵਿਚਾਰ ਥੋੜ੍ਹੀ ਜਿਹੀ ਕਰਨੀ ਹੈ ਕਿ ਅਸੀਂ ਤਾਂ ਕਦੇ ਚੇਤੇ ਨਹੀਂ ਕੀਤਾ, ਤੇ ਪੁੱਤਰ ਨੂੰ ਅਸੀਸ ਕਿਵੇਂ ਦੇ ਲਵਾਂਗੇ ਕਿ ਤੈਨੂੰ ਯਾਦ ਰਹੇ, ਤੈਨੂੰ ਇੱਕ ਨਿਮਕ ਭੁੱਲੇ ਨਾ। ਪਰ ਇਹ ਮਾਤਾ ਬੀਬੀ ਭਾਨੀ ਜੀ ਦੀ ਅਸੀਸ ਸੀ ਧੰਨ ਗੁਰੂ ਅਰਜਨ ਦੇਵ ਜੀ, ਉਸੇ ਅਨੁਸਾਰ ਚੱਲਦੇ ਨੇ। ਸੁਖ ਚਿਤ ਰਹਿ ਪਿਤਾ ਕੇ ਮਨ ਮਹਿ,
ਵਿਵਹਾਰੀ ਕਿਮ ਭਏ ਨਾ ਧਨ ਮਹਿ। ਕਹਿੰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕੇਵਲ ਆਪਣੇ ਪਿਤਾ ਗੁਰੂ ਦੇ ਚਰਨਾਂ ਦੇ ਵਿੱਚ ਸ਼ਰਧਾ ਰੱਖਦੇ ਨੇ, ਉਹਨਾਂ ਦੇ ਸਾਹਮਣੇ ਜਾਂਦੇ ਨੇ, ਕੁਝ ਸੰਕੋਚ ਨਾਲ ਜਾਂਦੇ ਨੇ। ਤੇ ਇਹ ਜਿਹੜੇ ਕਾਰ ਵਿਹਾਰ ਨੇ ਦੁਨੀਆ ਦੇ ਰੁਪਈਏ ਪੈਸੇ ਵਾਲੇ, ਇੱਧਰ ਤੇ ਬਿਲਕੁਲ ਧਿਆਨ ਦਿੰਦੇ ਨਹੀਂ, ਕੀ ਆਇਆ ਕੀ ਗਿਆ। ਅਲਪ ਬੈਸ ਮਹਿ ਸਗਰੇ ਜਾਣੇ, ਯਾਤੇ ਨਹਿ ਵਿਵਹਾਰ ਪਛਾਨੇ। ਦੁਨੀਆ ਦੇ ਲੋਕ ਸਿੱਖ ਇਹ ਸਮਝਦੇ ਸਨ ਕਿ ਗੁਰੂ ਅਰਜਨ ਦੇਵ ਜੀ ਉਮਰ ਕਰਕੇ ਛੋਟੇ ਨੇ, ਇਸ ਕਰਕੇ ਹਲੇ ਦੁਨੀਆ ਦੇ ਕਾਰ ਵਿਹਾਰ ਨੂੰ ਜਾਣਦੇ ਨਹੀਂ। ਪਰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਜੀ ਛੋਟੇ ਨਹੀਂ, ਉਹ ਸਭ ਤੋਂ ਵੱਡੇ ਨੇ। ਤੇ ਇਹ ਕਾਰ ਵਿਹਾਰ ਰੁਪਈਆ ਪੈਸਾ ਜਿਹੜਾ ਇੱਧਰ ਧਿਆਨ ਨੂੰ ਦਿੰਦੇ ਨੇ, ਉਹਨਾਂ ਦਾ ਧਿਆਨ ਕੇਵਲ ਗੁਰੂ ਪਿਤਾ ਦੀ ਬੰਦਗੀ ਤੇ ਸੇਵਾ ਵੱਲੇ ਹੈ। ਹੁਣ ਪਿਤਾ ਗੁਰੂ ਸਭ ਜਾਣੇ ਪ੍ਰੀਤ, ਜਿਮ ਵਰਤਤ ਜਨ ਗਨ ਕੇ ਚੀਤ। ਦੁਨੀਆ ਦੇ ਲੋਕ ਇਹ ਸਮਝਦੇ ਨੇ ਕਿ ਸ਼੍ਰੀ ਅਰਜਨ ਦੇਵ ਜੀ ਛੋਟੇ ਨੇ, ਇਸ ਕਰਕੇ ਕਾਰ ਵਿਹਾਰ ਨਹੀਂ ਜਾਣਦੇ। ਪਰ ਪਿਤਾ ਧੰਨ ਗੁਰੂ ਰਾਮਦਾਸ ਜੀ ਜਾਣਦੇ ਨੇ ਕਿ ਅਰਜਨ ਦੇਵ ਜੀ ਸਭ ਕੁਝ ਜਾਣਦੇ ਨੇ, ਸਭ ਕੁਝ ਦੇ ਸਮਰੱਥ ਨੇ, ਉਹਨਾਂ ਦੇ ਅੰਦਰ ਦੀ ਗੱਤ ਨੂੰ ਜਾਣਦੇ ਨੇ। ਸੋਢੇ ਬੰਸ ਵਿਭੂਖਣ ਹੂੰ ਮੈਂ, ਸਭ ਗੁਣ ਨਿਪੁੰਨ ਪਿਤਾ ਇਮ ਜੋ ਮੈਂ। ਪਿਤਾ ਧੰਨ ਗੁਰੂ ਰਾਮਦਾਸ ਜੀ ਇਸ ਤਰ੍ਹਾਂ ਜਾਣਦੇ ਨੇ, ਸਮਝਦੇ ਨੇ ਕਿ ਇਹ ਸੋਢੇ ਵੰਸ਼ ਦੇ ਬੜੇ ਕੀਮਤੀ ਵਿਭੂਖਣ ਗਹਿਣੇ ਹੋਣਗੇ, ਸਾਰੇ ਗੁਣਾਂ ਦੇ ਵਿੱਚ ਨਿਪੁੰਨ ਹੋਣਗੇ। ਨਿਜ ਕੁਲ ਮੈਂ ਰਾਖੇ ਗੁਰਿਆਈ, ਜਾਨ ਨ ਦੇਹ ਕਰੇ ਥਿਰਤਾਈ। ਧੰਨ ਗੁਰੂ ਰਾਮਦਾਸ ਜੀ ਇਹ ਜਾਣਦੇ ਨੇ ਕਿ ਇਹ ਨਿਜ ਕੁਲ ਦੇ ਵਿੱਚ ਗੁਰਿਆਈ ਨੂੰ ਰੱਖਣਗੇ। ਹੁਣ ਇਹ ਗੁਰਿਆਈ ਕਿਤੇ ਹੋਰ ਜਾਣ ਨਹੀਂ ਦੇਣਗੇ। ਅਪਰ ਲੋਕ ਪ੍ਰਿਥੀਏ ਕੋ ਜਾਣੇ, ਸਭ ਵਿਵਹਾਰ ਮਹਾਨ ਪਛਾਨੇ। ਬਾਕੀ ਲੋਕ ਪ੍ਰਿਥੀ ਚੰਦ ਨੂੰ ਜ਼ਿਆਦਾ ਜਾਣਦੇ ਸਨ, ਕਿਉਂਕਿ ਸਾਰਿਆਂ ਦੇ ਵਿੱਚ ਜੀ ਵੀ ਕਰਦਾ ਸੀ, ਸਾਰਿਆਂ ਦੇ ਸਾਹਮਣੇ ਅੱਗੇ ਪਿੱਛੇ ਘੁੰਮਦਾ ਸੀ ਵੀ ਲੋਕ ਵੇਖਣ ਕਿ ਪ੍ਰਿਥੀ ਚੰਦ ਬੜੀ ਸੇਵਾ ਕਰਦਾ ਹੈ। ਇਸ ਕਰਕੇ ਸਾਰੇ ਲੋਕ ਜ਼ਿਆਦਾ ਜਿਹੜੇ ਨੇ ਉਹ ਪ੍ਰਿਥੀ ਚੰਦ ਨੂੰ ਜ਼ਿਆਦਾ ਜਾਣਦੇ ਸਨ, ਸਮਝਦੇ ਸਨ ਕਿ ਸਭ ਤੋਂ ਜ਼ਿਆਦਾ ਸੇਵਾ ਹੀ ਕਰਦਾ ਹੈ। ਪਿਤਾ ਸਮੀਪੇ ਨਿਸ ਦਿਨ ਰਹਿ, ਦੇਨ ਲੈਣ ਸਗਰੋ ਨਿਰਭੈ। ਕਿਉਂਕਿ ਪ੍ਰਿਥੀ ਚੰਦ ਜੀ ਆਪਣੇ ਪਿਤਾ ਗੁਰੂ ਦੇ ਨੇੜੇ ਰਹਿੰਦਾ ਸੀ ਹਰ ਵੇਲੇ। ਰੁਪਈਏ ਪੈਸੇ ਦਾ ਲੈਣ ਦੇਣ ਸਾਰਾ ਇਹੀ ਕਰਦਾ ਸੀ। ਔਰ ਪਿੱਛੇ ਆਪ ਜੀ ਸਰਵਣ ਕਰਕੇ ਆਏ ਹੋ ਧੰਨ ਗੁਰੂ ਅਮਰਦਾਸ ਜੀ, ਉਹ ਆਪ ਹੱਥ ਨਹੀਂ ਸੜਨ ਲਾਉਂਦੇ। ਪੁੱਤਰ ਜਿਹੜੇ ਨੇ ਰੁਪਈਏ ਪੈਸੇ ਵੱਲੇ ਧਿਆਨ ਨਹੀਂ ਸੜਨ ਦਿੰਦੇ, ਕੰਮ ਸਾਰਾ ਭਾਈ ਬੱਲੂ ਜੀ। ਉਹ ਇਸ਼ਾਰਾ ਕਰ ਦਿੰਦੇ ਸਨ, ਸਤਿਗੁਰੂ ਜੀ ਅੱਜ ਦੇ ਖਰਚੇ ਜੋਗਾ ਧਨ ਆ ਗਿਆ ਹੈ। ਔਰ ਸਿੱਖਾਂ ਨੇ ਆਪ ਹੀ ਉਹ ਸਾਰਾ ਕੁਝ ਖਰਚਣਾ ਲਿਆਉਣਾ ਕਰਨਾ। ਪਰ ਹੁਣ ਪ੍ਰਿਥੀ ਚੰਦ ਹੈ ਗੁਰੂ ਪਿਤਾ ਦੇ ਨੇੜੇ ਦਿੰਦਾ, ਲੈਣ ਦੇਣ ਸਾਰਾ ਆਪ ਕਰਦਾ ਹੈ। ਸਭ ਵਿਵਹਾਰਨ ਮੈਂ ਸਬਦਾਨੇ, ਕਰੇ ਕਾਰ ਪਿਤ ਕੋ ਨਾ ਬਖਾਨੇ। ਤੇ ਕਾਰੋਬਾਰ ਦੇ ਵਿੱਚ ਬੜਾ ਚੌਕਸ ਰਹਿੰਦਾ ਸੀ ਪ੍ਰਿਥੀ ਚੰਦ, ਐਨ ਚੌਕਸ ਹੋ ਕੇ ਕਾਰੋਬਾਰ ਸਾਰਾ ਕੰਮ ਕਰਦਾ ਹੈ। ਔਰ ਪਿਤਾ ਗੁਰੂ ਨੂੰ ਕਿਸੇ ਕੰਮ ਬਾਰੇ ਕੁਝ ਪੁੱਛਦਾ ਵੀ ਨਹੀਂ, ਕਦੇ ਕੋਈ ਦੱਸਦਾ ਵੀ ਨਹੀਂ। ਸਤਿਗੁਰ ਕਹੇ ਨਾ ਕੈਸੇ ਤਾਹੂੰ, ਉਪਦੇਸ਼ਤ ਥਿਤ ਸਿੱਖਣ ਮਾਹੂੰ। ਔਰ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਵੀ ਪ੍ਰਿਥੀ ਚੰਦ ਨੂੰ ਕੁਝ ਨਹੀਂ ਕਹਿੰਦੇ, ਜੋ ਕਰਦਾ ਕਰੀ ਜੇ। ਗੁਰੂ ਸਾਹਿਬ ਜੀ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਪ੍ਰਿਥੀ ਚੰਦ ਕੋਲ ਬੈਠਦਾ ਸੁਣਦਾ ਤੇ ਉਹ ਵੀ ਹੈ। ਇੱਕ ਦਿਨ ਸੰਗਤ ਭਈ ਕਨੇਰੀ, ਸਿਣੋ ਚਾਹੇ ਬਾਣੀ ਗੁਰ ਕੇਰੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇੱਕ ਦਿਨ ਬਹੁਤ ਸਾਰੀ ਸੰਗਤ ਇਕੱਠੀ ਹੋ ਕੇ ਆਈ, ਔਰ ਸੰਗਤਾਂ ਦੇ ਮਨ ਵਿੱਚ ਚਾਅ ਸੀ, ਅੱਜ ਫੁਰਨਾ ਬਣਿਆ ਕਿ ਗੁਰੂ ਧੰਨ ਗੁਰੂ ਰਾਮਦਾਸ ਜੀ ਅੱਜ ਕੋਈ ਬਾਣੀ ਸੁਣਾਓ, ਕਿਸੇ ਬਾਣੀ ਦੇ ਅਰਥ ਸੁਣਾਓ, ਕੋਈ ਸਾਨੂੰ ਸਾਖੀ ਸੁਣਾਓ, ਕੋਈ ਬਚਨ ਸੁਣਾਓ। ਲੱਗਿਓ ਦੀਵਾਨ ਸਥਾਨ ਮਹਾਨ, ਗੁਰਮੁਖ ਸਿੱਖ ਸੋ ਮਿਲੇ ਸੁਜਾਨ। ਬੜਾ ਵੱਡਾ ਦੀਵਾਨ ਸਜਿਆ, ਆਸਾ ਕੀ ਵਾਰ ਦਾ ਭੋਗ ਪਿਆ। ਗੁਰਮੁਖ ਸਿੱਖ ਜਿਹੜੇ ਨੇ ਸਿਆਣੇ ਉਹ ਆ ਕੇ ਸਾਰੇ ਮਿਲੇ ਇਕੱਠੇ ਹੋਏ। ਗਣ ਚਕੋਰ ਜਨ ਭਏ ਸਿੱਖੈ, ਸਤਿਗੁਰ ਬਦਨ ਚੰਦ ਕੋ ਦੇਖੈ। ਇੱਥੇ ਕਵੀ ਰਾਜ ਨੇ ਉਦਾਹਰਣ ਦਿੱਤੀ ਕਿ ਸਿਆਣੇ ਸਿੱਖ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਵੇਖਦੇ ਨੇ।
ਕਿ ਜਿਵੇਂ ਚਕੌਰ ਇੱਕ ਚੰਦਰਮਾ ਨੂੰ ਇੱਕ ਟਕ ਵੇਖਦੀ ਹੈ। ਚਾਤ੍ਰਿਕ ਬ੍ਰਿੰਦ ਤ੍ਰਿਖਾਤੁਰ ਬਹੁ ਲਹੈ, ਗੁਰ ਘਣ ਤੇ ਉਪਦੇਸ਼ ਬੂੰਦ ਚਹੈ। ਕਹਿੰਦੇ ਜਿਵੇਂ ਇੱਕ ਬਬੀਹਾ, ਇੱਕ ਚਾਤ੍ਰਿਕ, ਉਹ ਚਾਹੁੰਦਾ ਕਿ ਇੱਕ ਸਵਾਨ ਦੀ ਬੂੰਦ ਜਿਹੜੀ ਮੁੱਖ ਦੇ ਵਿੱਚ ਪਵੇ, ਇਸੇ ਤਰ੍ਹਾਂ ਸਿੱਖ ਚਾਹੁੰਦੇ ਨੇ ਕਿ ਅੱਜ ਸਤਿਗੁਰੂ ਦੇ ਕੁਝ ਬਚਨ ਸਾਡੇ ਕੰਨਾਂ ਦੇ ਵਿੱਚ ਪੈਣ। ਸਭ ਸੇਖਣ ਕੇ ਲਖ ਕਰ ਲਾਲਸ, ਲਾਗੇ ਸਤਿਗੁਰ ਕਹਿਣ ਕਿਰਪਾਲਸ। ਸਿੱਖਾਂ ਨੇ ਹਜੇ ਕੁਝ ਕਿਹਾ ਨਹੀਂ, ਮਨ ਦੀ ਭਾਵਨਾ ਹੈ। ਔਰ ਧੰਨ ਗੁਰੂ ਰਾਮਦਾਸ ਜੀ ਨੇ ਸਿੱਖਾਂ ਦੇ ਅੰਦਰ ਦੀ ਲਾਲਸਾ ਜਾਣੀ ਔਰ ਸਤਿਗੁਰੂ ਜੀ ਬਚਨ ਕਹਿਣ ਲੱਗੇ, ਜੇ ਕੋ ਮੇਰੋ ਸਿੱਖ ਕਹਾਵੈ, ਸੁਭ ਗਤ ਅੰਤ ਸਮੈ ਲਲਚਾਵੈ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਜੇ ਕੋਈ ਮੇਰਾ ਸਿੱਖ ਕਹਾਉਣਾ ਹੈ, ਜੇ ਮੇਰਾ ਸਿੱਖ ਬਣਨਾ ਹੈ, ਜੇ ਅੰਤ ਸਮੇਂ ਚਾਹੁੰਦੇ ਹੋ ਕਿ ਚੰਗੀ ਗਤੀ, ਚੰਗੀ ਅਵਸਥਾ ਸਾਡੀ ਬਣ ਜਾਏ, ਹੁਣ ਸੇਵਾ ਕਰਨ ਬਿਕੈ ਚਿਤ ਕਰੈ, ਔਰ ਹੰਕਾਰ ਨਾ ਕਭੂ ਧਰੈ। ਤੇ ਸਤਿਗੁਰੂ ਕਹਿੰਦੇ ਨੇ, ਭਾਈ ਆਪਣਾ ਚਿੱਤ ਜਿਹੜਾ ਸੇਵਾ ਦੇ ਵਿੱਚ ਲਾਉਣਾ ਸ਼ੁਰੂ ਕਰੋ, ਤੇ ਸੇਵਾ ਕਰਕੇ ਹੰਕਾਰ ਨਹੀਂ ਕਰਨਾ। ਹੁੰਦਾ ਬਹੁਤ ਇਸੇ ਤਰ੍ਹਾਂ ਹੈ ਅੱਜ ਕਿ 1 ਘੰਟਾ ਸੇਵਾ ਕੀਤੀ, 2 ਘੰਟੇ ਸੇਵਾ ਕੀਤੀ, ਫਿਰ ਉੱਡੇ ਫਿਰਨਾ ਕਿ ਅੱਜ 2 ਘੰਟੇ ਜਲ ਦੀ ਸੇਵਾ ਕੀਤੀ, ਅੱਜ ਸਪੀਡ ਵੀ ਲੱਗੀ, ਮੈਂ ਤਾਂ 3 ਘੰਟੇ ਕੀਤੀ। ਜਿਤਾਉਣਾ ਨਹੀਂ, ਹੰਕਾਰ ਨਹੀਂ ਕਰਨਾ। ਅਪਰ ਜੁਗਨ ਮੈਂ ਤਪ ਕੋ ਤਾਪਣ, ਸਹੇ ਕਸ਼ਟ ਬਹੁ ਬਿਦ ਤਨ ਆਪਣ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਪਹਿਲੇ ਯੁੱਗਾਂ ਦੇ ਵਿੱਚ ਦੂਸਰੇ ਧਰਮਾਂ ਦੇ ਲੋਕ ਬੜਾ ਬੜਾ ਤਪ ਕਰਦੇ ਸਨ, ਸਰੀਰ ਨੂੰ ਦੁੱਖ ਦਿੰਦੇ ਸਨ, ਕਦੇ ਪੁੱਠੇ ਲਟਕਣਾ, ਕਦੇ ਠੰਡ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਖਲੋ ਰਹਿਣਾ, ਗਰਮੀਆਂ ਦੇ ਵਿੱਚ ਧੂਣੀਆਂ ਦੇ ਸੇਕ ਦੇ ਵਿੱਚ ਬੈਠੇ ਰਹਿਣਾ। ਨਿਰਮਲ ਅੰਤਹਿ ਕਰਨ ਕਰੇ ਹੈ, ਹੈਵ ਨਿਸ਼ਕਾਮ ਆਨੰਦ ਥਿਰੈ ਹੈ। ਆਪਣੇ ਵੱਲੋਂ ਉਹ ਆਪਣਾ ਅੰਤਹਿ ਕਰਨ ਜਿਹੜਾ ਉਹਨੂੰ ਨਿਰਮਲ ਕਰਨ ਵਾਸਤੇ ਸਾਰੇ ਦੁੱਖ ਸਹਾਰਦੇ ਸਨ, ਤਪ ਤਾਂ ਹੀ ਕਰਦੇ ਸਨ। ਤੇ ਕਈ ਤਾਂ ਨਿਸ਼ਕਾਮ ਹੋ ਕੇ ਆਨੰਦ ਲੈਂਦੇ ਸਨ, ਪਰ ਕਈਆਂ ਦੇ ਅੰਦਰ ਭਾਵਨਾ ਸੀ ਕਿ ਸਾਡਾ ਅੰਤःਕਰਨ ਸ਼ੁੱਧ ਹੋ ਜਾਏ। ਸੋ ਤਪ ਕੋ ਅਬ ਸਮਾ ਨ ਜਾਨੋ, ਸਤ ਸੰਗਤ ਕੀ ਸੇਵਾ ਠਾਨੋ। ਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਨੇ, ਸਿੱਖੋ ਉਹਨਾਂ ਗੱਲਾਂ ਨੂੰ ਹੁਣ ਭੁੱਲ ਜਾਓ, ਉਹ ਤਪ ਤੁਪ ਜਿਹੜੇ ਕਰਨੇ ਨੇ ਉਹਨਾਂ ਨੂੰ ਛੱਡੋ, ਹੁਣ ਉਹ ਸਮਾਂ ਨਹੀਂ। ਜੇ ਤਪ ਸੱਚਮੁੱਚ ਕਰਨਾ ਤੇ ਇਹ ਤਪ ਕਰੋ ਕਿਹੜਾ ਜੀ। ਸਿੱਖ ਬੜੇ ਚੌਕਸ ਹੋ ਕੇ ਸੁਣਦੇ ਨੇ ਕਿ ਸਤ ਸੰਗਤ ਕੇ ਸੇਵਾ ਠਾਨੋ, ਗੁਰੂ ਦੇ ਸੰਗਤ ਦੀ ਸੇਵਾ ਕਰੋ। ਸਾਰੇ ਤਪ ਇਹਦੇ ਵਿੱਚ ਨੇ। ਤਪ ਤੇ 10 ਗੁਣ ਫਲ ਇਸ ਕੇਰਾ, ਅੰਤ ਸਮੇਂ ਫਲ ਲਹੇ ਵਡੇਰਾ। ਸਤਿਗੁਰੂ ਜੀ ਕਹਿੰਦੇ ਨੇ, ਉਹ ਸਰੀਰ ਨੂੰ ਤਪਾ ਤਪਾ ਕੇ ਕੋਈ ਫਲ ਮਿਲਣਾ ਕਿ ਨਹੀਂ ਮਿਲਣਾ, ਜੇ ਥੋੜ੍ਹਾ ਬਹੁਤਾ ਮਿਲਦਾ ਵੀ ਹੋਵੇਗਾ, ਪਰ ਗੁਰੂ ਦੀ ਸੰਗਤ ਦੀ ਸੇਵਾ ਦਾ ਫਲ ਉਹਦੇ ਤੋਂ ਕਿਤੇ 10 ਗੁਣ ਵੱਧ ਮਿਲਦਾ ਹੈ। ਭਈ ਸਰੀਰ ਨੂੰ ਦੁੱਖ ਦੇਣ ਦੀ ਲੋੜ ਨਹੀਂ, ਜੇ ਕਰ ਸਕਦੇ ਹੋ, ਜਿੰਨੀ ਕਰ ਸਕਦੇ ਹੋ, ਗੁਰੂ ਕੇ ਸਿੱਖਾਂ ਦੀ ਸੰਗਤਾਂ ਦੀ ਸੇਵਾ ਕਰਿਆ ਕਰੋ। ਤਪ ਕੋ ਬਹੁ ਦਿਨ ਜੇ ਨਿਤ ਤਾਪਤ, ਅਲਪ ਸਮੇਂ ਸੇਵਾ ਫਲ ਪ੍ਰਾਪਤ। ਸਤਿਗੁਰੂ ਜੀ ਕਹਿੰਦੇ ਨੇ, ਉਹ ਤਪ ਕਈ ਸਾਲ ਕਰਕੇ, ਕਈ ਮਹੀਨੇ ਕਰਕੇ ਜੇ ਕਿਸੇ ਨੂੰ ਥੋੜ੍ਹਾ ਬਹੁਤਾ ਫਲ ਮਿਲਦਾ ਹੈ, ਪਰ ਇੱਧਰ ਜੇ ਗੁਰੂ ਕੇ ਸਿੱਖਾਂ ਦੇ ਸੰਗਤ ਦੀ ਥੋੜ੍ਹੀ ਜਿਹੀ ਸੇਵਾ ਕਰ ਲਈ ਨਾ, ਅਲਪ ਸਮੇਂ ਸੇਵਾ ਫਲ ਪ੍ਰਾਪਤ, ਥੋੜ੍ਹਾ ਸਮਾਂ ਹੀ, ਪਰ ਜਿੰਨਾ ਸਮਾਂ ਕਰੇ ਉਹਨਾਂ ਸਮਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਉਹ ਸੇਵਾ ਹੈ ਸਫਲ। ਪਰ ਨਾਲ ਇੱਕ ਸ਼ਰਤ ਹੈ ਕਿ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਥੋੜ੍ਹਾ ਸਮਾਂ ਕਰ ਲੈ ਪਰ ਚਿੱਤ ਲਾ ਕੇ ਕਰੇ। ਕਈ ਸਾਲਾਂ ਦੇ ਤਪ ਕਰਨ ਨਾਲੋਂ ਕਿਤੇ ਵੱਧ ਫਲ ਮਿਲੇਗਾ। ਦ੍ਰਿੜ ਸ਼ਰਧਾ ਧਾਰ ਸੇਵਾ ਕਰੈ, ਜਨਮ ਮਰਨ ਭਵਜਲ ਤੇ ਤਰੈ। ਫਿਰ ਦ੍ਰਿੜ ਸ਼ਰਧਾ ਰੱਖ ਕੇ ਕਰੇ। ਇਹ ਨਹੀਂ ਕਿ ਸ਼ਰਧਾ ਜਿਹੜੀ ਡਾਵਾਂ ਡੋਲ ਹੁੰਦੀ ਫਿਰ ਚਿੱਤ ਹੋਰ ਪਾਸੇ ਜਾਏ, ਤੇ ਸ਼ਰਧਾ ਰੱਖ ਕੇ ਚਿੱਤ ਟਿਕਾ ਕੇ ਦ੍ਰਿੜ ਸ਼ਰਧਾ ਰੱਖ ਕੇ ਕਰੇ।
ਤੇ ਜਨਮ ਮਰਨ ਕੱਟਿਆ ਜਾਏਗਾ, ਭਵ ਸਾਗਰ ਤੋਂ ਪਾਰ ਹੋ ਜਾਊਗੇ। ਆਪਾ ਕਬੂ ਜਨਾਵੇ ਨਾਹੈ ਨ, ਕਹਿ ਕਠੋਰ ਦੁਖਾਵੈ ਹੈ ਕਾਹੇ ਨਾ। ਹੁਣ ਸਿੱਖ ਪੁੱਛਦੇ ਨੇ ਸਤਿਗੁਰੂ ਜੀ ਸੇਵਾ, ਸੰਗਤ ਦੀ ਸੇਵਾ ਇਹ ਕਰਨੀ ਕਿਵੇਂ ਹੈ, ਸੇਵਾ ਹੈ ਕਿਹੜੀ? ਹੁਣ ਸਤਿਗੁਰੂ ਜੀ ਕਹਿੰਦੇ ਨੇ ਸੇਵਾ ਭਾਈ ਕਿਸੇ ਵੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾ ਕੰਮ ਆਪਾ ਕਬੂ ਜਨਾਵੇ ਨਾਹੈ, ਆਪਣਾ ਆਪ ਨਾ ਜਨਾਵੇ ਕਿ ਮੈਂ ਵੀ ਕੁਛ ਹਾਂ, ਮੈਂ ਸੇਵਾ ਕੀਤੀ ਹੈ। ਦੂਸਰਾ ਕੰਮ ਕਹਿ ਕਠੋਰ ਦਿਖਾਵੇ ਕਾਹੇ ਨਾ, ਕਿਸੇ ਨੂੰ ਕੌੜਾ ਬੋਲ ਬੋਲ ਕੇ, ਮਾੜਾ ਬੋਲ ਬੋਲ ਕੇ ਕਿਸੇ ਦੇ ਅੰਦਰ ਨੂੰ ਦਿਖਾਏ ਨਾ। ਇਹ ਵੀ ਬੜੀ ਵੱਡੀ ਸੇਵਾ ਹੈ। ਪਹਿਲੋਂ ਤਾਂ ਦੋ ਗੱਲਾਂ ਚਿੱਤੇ ਰੱਖਣੀਆਂ ਨੇ, ਆਪਣਾ ਆਪ ਜਿਤਾਉਣਾ ਨਹੀਂ, ਕਿਸੇ ਨੂੰ ਮਾੜਾ ਬੋਲਣਾ ਨਹੀਂ। ਸੇਵਾ ਕਰ ਲੈ ਚਤੁਰ ਪਦਾਰਥ, ਗੁਰਸਿੱਖ ਸੇਵੇਂ ਹੋਏ ਕਿਰਤਾਰਥ। ਕਹਿੰਦੇ ਗੁਰੂ ਦੇ ਸਿੱਖਾਂ ਦੀ ਸੇਵਾ ਜੇ ਇਸ ਭਾਵਨਾ ਨਾਲ ਕਰੇ ਤੇ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਭਾਵੇਂ ਚਾਰੇ ਪਦਾਰਥ ਗੁਰੂ ਤੋਂ ਮੰਗ ਲਓ, ਤੁਹਾਡੀ ਝੋਲੀ 'ਚ 40 ਪਦਾਰਥ ਪੈ ਜਾਣਗੇ। ਬਿਨ ਸੇਵਾ ਤੇ ਭਗਤ ਨ ਭਾਵੈ, ਭਗਤ ਬਿਨਾ ਨ ਹੈ ਗਿਆਨ ਉਪਾਵੈ। ਸਤਿਗੁਰੂ ਜੀ ਕਹਿੰਦੇ ਨੇ ਇੱਕ ਗੱਲ ਸਿੱਖੋ, ਚੇਤੇ ਰੱਖਿਓ ਕਿ ਸੇਵਾ ਤੋਂ ਬਿਨਾ ਭਗਤੀ ਨਹੀਂ ਪਾਉਂਦੀ। ਸੇਵਾ ਤੋਂ ਬਿਨਾ ਭਗਤੀ ਹੋ ਨਹੀਂ ਸਕਦੀ ਤੇ ਭਗਤੀ ਤੋਂ ਬਿਨਾ ਗਿਆਨ ਪੈਦਾ ਨਹੀਂ ਹੋਣਾ, ਔਰ ਗਿਆਨ ਤੋਂ ਬਿਨਾ ਫਿਰ ਮੁਕਤੀ ਕਿੰਦੇ ਤੋਂ ਚਾਹੀਦੀ, ਮੁਕਤ ਹੋਣਾ ਕਿਵੇਂ, ਸਮਝ ਕਿਵੇਂ ਲੱਗੇਗੀ? ਸੇਵਾ ਤੋਂ ਭਗਤੀ ਪ੍ਰਾਪਤੀ ਹੋਣੀ ਹੈ। ਸੇਵਾ ਹੀ ਅਸਲ ਵਿੱਚ ਭਗਤੀ ਹੈ। ਗਿਆਨ ਬਿਨਾ ਨਾ ਹੈ ਮੁਕਤ ਪਦਾਰਥ, ਸੇਵਾ ਮੂਲ ਸੋ ਕਰੋ ਕਿਰਤਾਰਥ। ਤੇ ਸਤਿਗੁਰੂ ਜੀ ਕਹਿੰਦੇ ਗਿਆਨ ਤੋਂ ਬਿਨਾ, ਸਮਝ ਤੋਂ ਬਿਨਾ ਮੁਕਤੀ ਪਦਾਰਥ ਜਿਹੜਾ ਮਿਲਦਾ ਨਹੀਂ। ਕਿਉਂਕਿ ਜੇ ਪਤਾ ਹੀ ਨਾ ਹੋਵੇ ਮੁਕਤ ਹੋਣਾ ਕਿੰਦੇ ਤੋਂ ਹੈ, ਪਤਾ ਹੀ ਨਹੀਂ ਲੱਗੇ ਕਿ ਮੁਕਤ ਜਿਉਂਦਿਆਂ ਹੋਣਾ ਕਿ ਮਰਨ ਤੋਂ ਬਾਅਦ ਹੋਣਾ ਹੈ, ਮੁਕਤੀ ਮਿਲੇ ਕਿਵੇਂ? ਗਿਆਨ ਤਾਂ ਜ਼ਰੂਰੀ ਹੈ। ਗਿਆਨ ਤੋਂ ਬਿਨਾ ਮੁਕਤ ਨਹੀਂ ਹੋਣਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਮੁਕਤੀ ਹੋਣ ਵਾਸਤੇ, ਮੁਕਤ ਹੋਣ ਦੇ ਲਈ ਸਭ ਦਾ ਮੂਲ ਹੈ ਸੇਵਾ। ਸਿੱਖਾਂ ਦੀ ਸੇਵਾ, ਸੰਗਤ ਦੀ ਸੇਵਾ। ਜੋ ਸਤ ਸੰਗਤ ਸੇਵਾ ਠਾਨੇ, ਸੋ ਬਹੁ ਪਿਆਰੋ ਮਮ ਮਾਨੇ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਸਤ ਸੰਗਤ ਦੀ ਸੇਵਾ ਕਰੇ, ਸਿੱਖਾਂ ਦੀ ਸੇਵਾ ਕਰੇ, ਬਸ ਇਹ ਸਮਝ ਲਓ ਕਿ ਸਾਡੇ ਮਨ ਨੂੰ ਸਭ ਤੋਂ ਪਿਆਰਾ ਸਿੱਖ ਲੱਗਦਾ ਹੈ। ਜਥਾ ਸ਼ਕਤ ਭੋਜਨ ਬਣਵਾਵੈ, ਨਮਰ ਹੋਏ ਸਿੱਖ ਸੰਤ ਅਚਾਵੈ। ਹੁਣ ਜਦੋਂ ਸਿੱਖ ਪੁੱਛਦੇ ਨੇ ਸਤਿਗੁਰੂ ਜੀ ਸੇਵਾ ਕਿਹੜੀ ਕਿਹੜੀ ਕੀਤੀ ਜਾ ਸਕਦੀ ਹੈ, ਸਤਿਗੁਰੂ ਜੀ ਕਹਿੰਦੇ ਨੇ ਜਥਾ ਸ਼ਕਤ, ਜਿੰਨੀ ਕਿਸੇ ਦੀ ਪਹੁੰਚੇ, ਜਿੰਨੀ ਕੋ ਕਰ ਸਕਦਾ ਭੋਜਨ ਤਿਆਰ ਕਰੇ, ਲੰਗਰ ਬਣਾਏ, ਫਿਰ ਨਿਮਰ ਹੋ ਕੇ, ਸਨਿਮਰ ਹੋ ਕੇ, ਨੀਵਾ ਹੋ ਕੇ ਉਹ ਸਿੱਖਾਂ ਨੂੰ ਸਿਖਾ ਦੇ। ਚਰਨ ਪਕਾਰੈ ਨੇਰ ਪਿਵਾਵੈ, ਕਰ ਬੀਜਣ ਲੈ ਪਹੁਣ ਚੁਲਾਵੈ। ਭੋਜਨ ਨਹੀਂ ਸਿਖਾ ਸਕਦਾ, ਜਥਾ ਸ਼ਕਤ ਨਹੀਂ, ਸਮਰੱਥਾ ਨਹੀਂ ਸਿਖਾਉਣ ਦੀ। ਕਹਿੰਦੇ ਸਿੱਖਾਂ ਦੇ ਚਰਨੀ ਧੁਆ ਦਿਓ, ਸਿੱਖਾਂ ਨੂੰ ਪਾਣੀ ਪਿਆ ਦਿਓ, ਹੱਥ ਦੇ ਨਾਲ ਪੱਖਾ ਲੈ ਕੇ, ਕਿਉਂਕਿ ਸਮਾਂ ਸੀ ਉਦੋਂ ਹੱਥ ਨਾਲ ਹੀ ਚੱਲੇ ਜਾਂਦੇ ਸਨ, ਗਰਮੀ ਹੈ ਪੱਖਾ ਚੱਲ ਗਿਆ, ਇਹ ਵੀ ਸੇਵਾ ਹੈ। ਚਾਂਪੇ ਚਰਨ ਮਧੁਰ ਕਹਿ ਬਾਨੀ, ਪਟ ਪਹਿਰਾਵੈ ਬਿਨਾ ਬਖਾਨੀ। ਸਤਿਗੁਰੂ ਜੀ ਕਹਿੰਦੇ ਨੇ ਸੇਵਾ ਕਰਨੀ, ਕੋਈ ਬਜ਼ੁਰਗ ਹੈ, ਕੋਈ ਚੱਲ ਕੇ ਆਇਆ ਥੱਕੇ, ਉਹਦੇ ਚਰਨ ਘੁੱਟ ਦਿਓ। ਚਰਨ ਨਹੀਂ ਘੁੱਟ ਸਕਦੇ, ਘੱਟੋ ਘੱਟ ਮਿੱਠਾ ਇੰਨਾ ਬੋਲੋ ਕਿ ਇੰਨਾ ਮਿੱਠਾ ਬੋਲੋ ਅਗਲੇ ਦੀ ਥਕਾਵਟ ਹੀ ਦੂਰ ਹੋ ਜਾਏ। ਇਹ ਵੀ ਸੇਵਾ ਹੈ ਜੀ। ਮਧੁਰ ਕਹਿ ਬਾਣੀ, ਮਿੱਠਾ ਮਿੱਠਾ ਬੋਲ ਦਿਓ, ਇਹ ਵੀ ਬੜੀ ਵੱਡੀ ਸੇਵਾ ਸਿੱਖਾਂ ਦੀ। ਫਿਰ ਕਹਿੰਦੇ ਪੱਟ ਪਹਿਰਾਵੈ ਬਿਨਾ ਬਖਾਨੀ, ਜੇ ਲੱਗਦਾ ਕਿਸੇ ਨੂੰ ਬਸਤਰ ਦੀ ਲੋੜ ਹੈ ਤੇ ਬੇਨਤੀ ਕਰਕੇ ਉਹਨੂੰ ਕੱਪੜੇ ਪਵਾਏ, ਅਹਿਸਾਨ ਨਾ ਕਰੇ ਕਿ ਮੈਂ ਦਿੱਤਾ ਹੈ। ਪੱਟ ਪਹਿਰਾਵੈ ਬਿਨਾ ਬਖਾਨੀ, ਹੱਥ ਜੋੜ ਕੇ ਬੇਨਤੀ ਕਰੇ ਕਿ ਇਹ ਸੇਵਾ ਪ੍ਰਵਾਨ ਕਰੋ ਤਾਂ ਮੈਂ ਬਸਤਰ ਪਵਾ ਦਿਆਂ, ਸਵਾ ਦਿਆਂ। ਅਰਪੇ ਫਲ ਪਾਰ ਫੂਲ ਅਪਾਰੀ। ਸਤਿਗੁਰੂ ਜੀ ਕਹਿੰਦੇ ਨੇ ਬਸਤਰ ਨਹੀਂ ਪਵਾ ਸਕਦੇ, ਲੰਗਰ ਨਹੀਂ ਛਕਾ ਸਕਦੇ, ਕੋਈ ਫਲ ਪਿਆ ਹੈ। ਔਰ ਪਹਿਲੋਂ ਫਲ ਆਮ ਹੀ ਹੁੰਦੇ ਸਨ, ਘਰਾਂ ਵਿੱਚ ਵੀ ਲੱਗੇ ਹੁੰਦੇ ਸਨ।
कोई फाड़ी छका दो। फिर कहते जे ये भी नहीं कर सकते, वस्त्र सवा के नहीं दे सकते, फल किते छिका दिता जे नहीं घर विच। वस्त्र पखारे संत अगारी, लगता है कोई गरीब है, किसी तो वस्त्र धोते नहीं जा सकते, ਜਾਂ ਧੋਣ वास्ते कई बार सर्फ साबण नहीं, उन्होंने बेनती करे कि वस्त्र दे दो, मैं धो के तुहानूं वापस कर दिया। उन्होंने वस्त्र ही धो दो। मंदिर चिने चनावे चारू, जह बिसरावे संत उधारू। सतगुरु जी कहते हैं तुहाडे कोल समर्था जे है, किसी सिख दे कोल घर नहीं, मंदिर चिने चनावे चारू, सोहना जिहा घर बना के दे दो। बड़ी वड्डी सेवा, किसी को बेघरे नूं घर दे देना बना के, बड़ी वड्डी सेवा है। शरदा प्रेम सहित कर सेवा, न व्यापे मन को अहमेवा। और सतगुरु जी बार बार समझाते हैं सेवा छोटी तो लैके वड्डी जिहड़ी भी करनी है शरदा सहित करनी है। और न व्यापे मन को अहमेवा, मन नूं टिका के रखना, मन नूं हंकार ना व्याप जे, मन दे विच मैं ना आ जाए कि मैं कीता है। बस भावना अंदर यही रहे कि कबीर मेरा मुझ में किश नहीं, जो कुछ है सो तेरा, तेरा तुझको सौंप दे क्या लागे मेरा। मैं तो सेवा ही की है, मेरा मेरे विच की है, देण जोगा नहीं, अंदर हंकार ना आवे। इस पर एक इतिहास बखाना, एक नार ने खग सेवा ठाना। हुण सतगुरु धन गुरु रामदास जी कहते हैं, भाई सिखो इहदे ते तुहानूं एक इतिहास एक साखी सुणाउने कि सेवा दे विचों महात्म किन्ना है, फल किन्ना मिलता है। साखे दे विचों वो गल सौखी समझ लग जाएगी। और सतगुरु धन गुरु रामदास जी ने वो जो साखी सुनाई वो आपां कल सरवण करांगे, क्योंकि जे शुरू कर ली तो समा लग जाना है। इतनी बेनती प्रवान करनियाँ हुई भुलों की खिमा। आओ एक दो मिनट होर रसना के नाल हाजिरी लवाइए, फिर समाप्ति है। वाहेगुरु वाहेगुरु वाहेगुरु।